ਸਤਿ ਸ੍ਰੀ ਅਕਾਲ ਜੀ। PVC TV ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਤਿੰਦਰ ਸਿੰਘ ਬਹੁਤ-ਬਹੁਤ ਸਵਾਗਤ ਕਰਦਾ ਜੀ। ਤੇ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ ਤੁਹਾਡੀ ਕਚਹਿਰੀ ਵਿੱਚ ਜ਼ੁਬੈਰ ਰਸ਼ੀਦ ਭਾਜੀ ਨਾਲ। ਇਸ ਪ੍ਰੋਗਰਾਮ ਵਿੱਚ ਅਸੀਂ ਅੱਜ ਬਹੁਤ ਹੀ ਜਿਹੜਾ ਮੁੱਦਾ ਲੈ ਕੇ ਆਏ ਹਾਂ ਇਹ ਬਹੁਤ ਹੀ ਖਾਸ ਆ। ਸੋ ਉਹਨਾਂ ਦੀ ਜਾਣਕਾਰੀ ਆਪਾਂ ਜਿਹੜੀ ਸਾਰੀ ਜਾਣਕਾਰੀ ਆਪਾਂ ਭਾਜੀ ਜ਼ੁਬੈਰ ਰਸ਼ੀਦ ਕੋਲੋਂ ਲਵਾਂਗੇ। ਸੋ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਸਲਾਮ, ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਸਤਵਿੰਦਰ ਭਾਜੀ ਅੱਜ PBC ਚੈਨਲ ਤੇ ਬੁਲਾਣੇ ਦਾ ਜੀ। ਔਰ ਤੁਸੀਂ ਪ੍ਰੋਗਰਾਮ ਦੇ ਸ਼ੁਰੂ ਖੁਦ ਹੀ ਕਹਿ ਦਿੱਤਾ ਕਿ ਅੱਜ ਇੱਕ ਬੜਾ ਹੀ ਜਿਹੜਾ ਅਪਕਮਿੰਗ ਵੀਜ਼ਾ ਆ ਰਿਹਾ ਜੀ, ਠੀਕ ਆ ਜੀ। ਕੁਝ ਲੋਕਾਂ ਨੂੰ ਪਤਾ ਵੀ ਲੱਗ ਗਿਆ ਹੋਊਗਾ ਜਿਹੜਾ ਇਸ ਟਾਈਮ ਕਿਉਂਕਿ ਇੰਡੀਆ 'ਚ ਕਾਫੀ ਹੌਟ ਵੀਜ਼ਾ ਬਣਿਆ ਪਿਆ ਜੀ, ਜਿਸ ਨੇ 28 ਫਰਵਰੀ ਤੋਂ ਸਟਾਰਟ ਹੋਣਾ ਜੀ। ਉਸਦਾ ਨਾਮ ਹੈਗਾ ਇੰਡੀਆ ਯੰਗ ਪ੍ਰੋਫੈਸ਼ਨਲ ਵੀਜ਼ਾ ਸਕੀਮ। ਤੇ ਸਭ ਤੋਂ ਪਹਿਲੇ ਅਸੀਂ ਆਪਣੇ ਸਾਰੇ ਇੰਡੀਅਨ ਨਾਗਰਿਕ ਜਿਹੜੇ ਇੰਡੀਆ 'ਚ ਬੈਠੇ ਨੇ ਉਹਨਾਂ ਨੂੰ ਇੱਕ ਚੁਣੌਤੀ ਇੱਕ ਇਨਵੀਟੇਸ਼ਨ ਦਿੰਦੇ ਹਾਂ ਕਿ ਅਗਰ ਤੁਸੀਂ ਇਸ ਵੀਜ਼ਾ ਸਕੀਮ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਉਹ ਕਿਹੜੀਆਂ ਸ਼ਰਤਾਂ ਜਿਸ ਦੇ ਥਰੂ ਤੁਸੀਂ ਅਪਲਾਈ ਕਰ ਸਕਦੇ ਹੋ ਜਾਂ ਉਹ ਕਿਹੜੇ ਨਿਯਮ ਰੂਲ ਰੈਗੂਲੇਸ਼ਨ ਲੱਗੇ ਜਿਸ ਦੇ ਤਹਿਤ ਇਹ ਵੀਜ਼ਾ ਤੁਹਾਨੂੰ ਕਾਮਯਾਬੀ ਨਾਲ ਮਿਲ ਸਕਦਾ ਹੈ ਜੀ। ਤੇ ਮੈਂ ਚਾਹੁੰਦਾ ਤੁਸੀਂ ਮਜ਼ੀਦ ਸਵਾਲ ਕਰੋ ਤੇ ਫਿਰ ਅੱਜ ਆਪ ਇਸ ਪ੍ਰੋਗਰਾਮ ਵਿੱਚ ਆਪਾਂ ਇਸ ਮੁੱਦੇ ਤੇ ਕਾਫੀ ਚਰਚਾ ਕਰਾਂਗੇ। ਬਿਲਕੁਲ ਜੀ। ਇੰਡੀਆ ਯੰਗ ਪ੍ਰੋਫੈਸ਼ਨਲ ਵੀਜ਼ਾ ਜਿਹੜਾ ਆ ਕੋਈ ਨਵਾਂ ਆਇਆ ਵਾ ਕੋਈ ਰੂਲ UK ਦੀ ਜਿਹੜੀ ਗਵਰਨਮੈਂਟ ਨੇ ਕੱਢਿਆ ਆ। ਸੋ ਉਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਆਪਾਂ ਜ਼ੁਬੈਰ ਰਸ਼ੀਦ ਭਾਜੀ ਕੋਲੋਂ ਲਵਾਂਗੇ ਕਿ ਕੀ ਨਵਾਂ ਆਇਆ ਇਹ ਅਪਡੇਟ ਇਮੀਗ੍ਰੇਸ਼ਨ ਵਿੱਚ। ਇਹਦੇ ਬਾਰੇ ਜੋ ਆਪਾਂ ਨੂੰ ਬੰਦਾ ਜਿਹੜਾ ਆਊਟ ਆਫ ਇੰਡੀਆ ਆਊਟ ਆਫ UK ਤੋਂ ਜਿਹੜਾ ਵੀ ਹੈਗਾ ਕੋਈ ਕਿਸੇ ਨੇ UK ਆਉਣਾ ਹੈ ਤਾਂ ਉਹਦੇ ਵਾਸਤੇ ਇਹ ਸਹੀ ਹੈ ਜਾਂ ਗਲਤ ਹੈ। ਸੋ ਆਪਾਂ ਇਹਨਾਂ ਨਾਲ ਹਾਂਜੀ ਭਾਜੀ। ਜੀ ਭਾਜੀ, ਜਿਹੜਾ ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਵੀਜ਼ਾ ਹੈਗਾ ਜੀ ਇਹ ਕਿਹੜੇ ਲੋਕੀ ਅਪਲਾਈ ਕਰ ਸਕਦੇ? ਓਬਵੀਅਸਲੀ ਇਹ ਵੀਜ਼ਾ ਸਰਕਾਰਾਂ ਨੇ ਖੋਲਿਆ ਇੰਡੀਅਨ ਦੇਸ਼ ਵਾਸਤੇ। ਇਹ ਥੋੜਾ ਨਵਾਂ ਵੀਜ਼ਾ ਹੈਗਾ ਜੀ। ਇਸ ਤੋਂ ਪਹਿਲੇ ਕੁਝ ਬਾਕੀ ਏਸ਼ੀਆ ਦੇ ਕੰਟਰੀਆਂ ਵਾਸਤੇ ਸੀ ਜਿਸ ਵਿੱਚ ਪਿਛਲੇ ਦਿਨਾਂ ਹਾਂਗਕਾਂਗ ਵਾਸਤੇ ਖੁੱਲਿਆ ਸੀ ਜੀ। ਤੇ ਇਹ ਸਰਕਾਰਾਂ ਦਾ ਇੱਕ ਮੁਆਹਦਾ ਹੋਇਆ ਔਰ ਜਿਹੜੀ UK ਸਰਕਾਰ ਨੇ ਉਹ ਕਿਹੜੀਆਂ ਸ਼ਰਤਾਂ ਰੱਖੀਆਂ ਜਿਸ ਦੇ ਤਹਿਤ ਇਸ ਵਿੱਚ ਇੱਕ ਖਾਸ ਗਿਣਤੀ ਵਿੱਚ ਲੋਕੀ ਆ ਸਕਦੇ ਜੀ। ਤੇ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਠੀਕ ਆ। ਸਭ ਤੋਂ ਪਹਿਲੇ ਉਹ ਲੋਕੀ ਇਸ ਵੀਜ਼ੇ ਵਾਸਤੇ ਐਲੀਜੀਬਲ ਹੈਗੇ। ਪਹਿਲੀ ਗੱਲ ਉਹ ਇੰਡੀਅਨ ਨਾਗਰਿਕ ਹੋਵਨ ਜੀ, ਇੰਡੀਅਨ ਸਿਟੀਜ਼ਨ ਹੋਵਨ ਜੀ। ਦੂਜੀ ਗੱਲ ਇਹ ਉਹਨਾਂ ਦੀ ਉਮਰ 18 ਤੋਂ 30 ਸਾਲ ਹੋਊ ਜੀ। ਠੀਕ ਆ ਜੀ। ਜਿਸ ਦਿਨ ਉਹ ਟਰੈਵਲ ਕਰਨ ਉਸ ਦਿਨ ਤੱਕ ਉਹਨਾਂ ਦੀ ਉਮਰ 30 ਸਾਲ ਤੱਕ ਹੋਊ ਜੀ। ਠੀਕ ਆ। ਯਾਨੀ ਕਿ ਦੂਸਰੇ ਲਫ਼ਜ਼ਾਂ ਜਦੋਂ ਅਪਲਾਈ ਕਰਨ ਤੇ 18 ਤੋਂ 30 ਸਾਲ ਦੇ ਦਰਮਿਆਨ ਉਹਨਾਂ ਦੀ ਉਮਰ ਹੋਊ ਜੀ। ਤੀਜੀ ਗੱਲ ਆ ਜਿਹੜੀ ਉਹਨੇ ਸ਼ਰਤ ਰੱਖੀ ਆ ਕਿ ਉਹਨਾਂ ਦੇ ਅਕਾਊਂਟ ਵਿੱਚ 2530 ਪਾਉਂਡ ਪਿਛਲੇ 28 ਦਿਨਾਂ ਦੇ ਅੰਦਰ ਹੋਣ। 2530 ਪਾਉਂਡ ਹਾਂਜੀ ਹਾਂਜੀ। ਇੰਡੀਆ ਦਾ ਜਾਨੀ ਕਿ ਕੋਈ 2500 ਹਾਂਜੀ 2.5 ਲੱਖ ਰੁਪਏ ਬਣ ਜਾਂਦਾ। 2.5 ਲੱਖ ਬਣ ਜਾਂਦਾ। ਠੀਕ ਆ। ਇਹ ਤਿੰਨ ਮੇਨ ਸ਼ਰਤਾਂ ਰੱਖੀਆਂ ਜੀ। ਠੀਕ ਆ। ਯਾਨੀ ਕਿ ਇੰਡੀਅਨ ਸਿਟੀਜ਼ਨ ਹੋਵਨ, 18 ਤੋਂ 30 ਸਾਲ ਉਮਰ ਹੋਊ ਜੀ। ਠੀਕ ਆ। ਜਿਸ ਦਿਨ ਅਪਲਾਈ ਕਰਨ ਠੀਕ ਹੈ ਜਾਂ ਜਿਸ ਦਿਨ ਟਰੈਵਲ ਕਰਨ ਔਰ 2530 ਪਾਉਂਡ ਉਹਨਾਂ ਦੇ ਅਕਾਊਂਟ ਵਿੱਚ ਐਜ਼ ਅ ਸੇਵਿੰਗ ਹੋਵਨ। ਠੀਕ ਆ। ਇਹ ਤਾਂ ਆਪਣੇ ਪਹਿਲੇ ਤਿੰਨ ਸ਼ਰਤਾਂ ਪੂਰੀਆਂ ਕਰਨੀ ਹੀ ਕਰਨੀਆਂ ਜੀ। ਤੁਸੀਂ ਨੇ ਕੀ ਕਰਨਾ? ਜ਼ਾਹਰੀ ਗੱਲ ਹੈ ਜਿਸ ਬੰਦੇ ਕੋਲ ਤਿੰਨ ਚੀਜ਼ਾਂ ਹੋਣਗੀਆਂ ਉਹ 28 ਫਰਵਰੀ ਤੋਂ ਲੈ ਕੇ 2 ਮਾਰਚ ਤੱਕ ਅਪਲਾਈ ਕਰ ਸਕਦਾ ਜੀ। ਕਿ ਜੋ ਅਪਲਾਈ ਕਰੇਗਾ ਹੋਮ ਆਫਿਸ ਆਪਣੀ ਵੈਬਸਾਈਟ ਤੇ ਇੱਕ ਈਮੇਲ ਐਡਰੈਸ ਦਊਗੀ ਜੀ। ਉਸ ਈਮੇਲ ਐਡਰੈਸ ਤੇ ਤੁਸੀਂ ਅਪਲਾਈ ਕਰਨਾ ਜੀ। ਕਿ ਜੋ ਅਪਲਾਈ ਕਰਨਾ ਜਾਂ ਉਸ ਦੇ ਅੰਦਰ ਕੀ ਲਿਖਣਾ ਈਮੇਲ ਦੇ ਅੰਦਰ ਉਹ ਮੈਂ ਦੱਸ ਦੇਣਾ ਜੋ ਨਾ ਆਪਣੀ ਸਕੀਮ ਦੇ ਅੰਦਰ ਲਿਖਿਆ। ਤੁਸੀਂ ਆਪਣਾ ਨਾਮ, ਡੇਟ ਆਫ ਬਰਥ, ਈਮੇਲ ਐਡਰੈਸ, ਆਪਣੇ ਪਾਸਪੋਰਟ ਦੀ ਸਕੈਨ ਪਿਕਚਰ ਜੀ ਔਰ ਨਾਲ ਇੱਕ ਛੋਟਾ ਜਿਹਾ ਕਵਰਿੰਗ ਲੈਟਰ ਜੀ ਈਮੇਲ ਦੇ ਅੰਦਰ ਲਿਖ ਕੇ ਆਪਾਂ ਨੇ ਅਪਲਾਈ ਕਰ ਦੇਣਾ ਜੀ। ਇਹਨਾਂ ਸਾਰੀਆਂ ਚੀਜ਼ਾਂ ਨੇ ਅਪਲਾਈ ਕਰਕੇ ਤੁਸੀਂ ਛੱਡ ਦੇਣਾ ਜੀ। ਫਿਰ ਸਰਕਾਰ ਹੋਮ ਆਫਿਸ ਇੱਕ ਲੋਟਰੀ ਦੇ ਸਿਸਟਮ ਜਿਹਨੂੰ ਬੈਲਟ ਸਿਸਟਮ ਕਹਿੰਦੇ ਨੇ ਜੀ। ਠੀਕ ਹੈ। ਉਸ ਦੇ ਥਰੂ 2400 ਬੰਦੇ ਚੁਣ ਲਊਗੀ ਜੀ। ਠੀਕ ਹੈ। 2400 ਮਤਲਬ ਕਹਿਣ ਦਾ ਕਿ ਜਦੋਂ ਆਪਾਂ ਅਪਲਾਈ ਕਰਨਾ ਫਿਰ ਸਾਰੇ ਕਰ ਸਕਦੇ ਜਿਹੜਾ ਮਰਜੀ ਜੇ ਜਿਹੜੇ ਬੰਦੇ ਵਿੱਚ ਜਿਹੜੇ ਚੁਣਨੇ ਉਹਨਾਂ ਨੇ ਉਹ ਕੋਈ ਲਿਮਟਿਡ ਹੋਣਗੇ। ਬਿਲਕੁਲ ਬਿਲਕੁਲ ਜ਼ਾਹਿਰ ਗੱਲ ਇੰਡੀਆ 1.2 ਬਿਲੀਅਨ ਦੀ ਆਬਾਦੀ ਆ। ਠੀਕ ਆ। ਔਰ ਇਸ ਵਿੱਚੋਂ ਜਿਹੜੇ 18 ਤੋਂ 30 ਸਾਲ ਦੀ ਜਿਨ੍ਹਾਂ ਕੋਲ ਗ੍ਰੈਜੂਏਟ ਡਿਗਰੀ ਹੋਵੇ ਸੌਰੀ ਅਗਰ ਗ੍ਰੈਜੂਏਟ ਡਿਗਰੀ ਮੈਂ ਐਡ ਨਹੀਂ ਕੀਤਾ ਤਾਂ ਉਹ ਵੀ ਐਡ ਕਰ ਲਓ। 18 ਤੋਂ 30 ਸਾਲ ਉਮਰ ਹੋਵੇ, ਗ੍ਰੈਜੂਏਟ ਡਿਗਰੀ ਹੋਵੇ, ਬੈਚਲਰਸ ਲੈਵਲ ਦੀ ਨੋਰਮਲੀ ਹੋਵੇ। ਠੀਕ ਆ।
25 ਤੋਂ 30 ਸਾਲ ਦੀ ਉਮਰ ਹੋਗੀ, ਇੰਡੀਅਨ ਨਾਗਰਿਕ ਹੋਣ ਔਰ ਜੀ। 2530 ਪਾਉਂਡ ਉਹਨਾਂ ਦੇ ਅਕਾਊਂਟ ਵਿੱਚ ਹੋਣ। ਜੀ। ਠੀਕ ਆ, ਇਹ 4 ਚੀਜ਼ਾਂ ਪੂਰੀਆਂ ਕਰਨੀਆਂ। ਜੀ। ਠੀਕ ਆ, ਉਹਨਾਂ ਨੇ 28 ਤੋਂ 2 ਤਾਰੀਖ ਦੇ ਦਰਮਿਆਨ 28 ਫੈਬਰੀ ਤੋਂ ਲੈ ਕੇ 2 ਮਾਰਚ ਤੱਕ ਅਪਲਾਈ ਕਰ ਦੇਣਾ। ਜੀ। ਠੀਕ ਆ, ਜਿਹੜੀ ਹੋਮ ਆਫਿਸ ਆਪਣੀ ਈਮੇਲ ਦਊਗੀ, ਹਾਲੇ ਦਿੱਤੀ ਨਹੀਂ। ਜੀ। ਠੀਕ ਆ, 28 ਫਰਵਰੀ ਤੋਂ ਮਤਲਬ ਫਿਰ ਦਿਨ ਲਿਮਟਡ ਹੀ ਹੈਗੇ ਨਾ ਮੇਰੇ ਖਿਆਲ ਨਾਲ। ਹਾਂਜੀ, ਇਹ ਨੈਕਸਟ ਵੀਕ ਬਣਦੀ ਹੈ, ਟਿਊਜ਼ਡੇ ਬਣਦੀ ਜਸਟ ਹੈ। 1 ਵੀਕ ਹੀ ਹੈ ਵਿੱਚ ਇਹ ਅਪਲਾਈ ਕਰਨ ਇਸ ਦਾ ਤੋਂ ਵੀ time? ਘੱਟ ਭਾਜੀ, ਇਹ 28 ਫੈਬਰੀ ਤੁਸੀਂ ਲਾ ਲਓ, ਅੱਜ 25 ਹੋ ਗਈ ਆ। ਠੀਕ ਆ, ਹਾਂਜੀ। ਇਹ ਤੇ ਇੱਥੋਂ ਦੀ ਬਣਦੀ ਹੈ ਟਿਊਜ਼ਡੇ, ਕਮਿੰਗ ਟਿਊਜ਼ਡੇ। ਹਾਂ, ਇਹ ਟਿਊਜ਼ਡੇ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ। ਜੀ। ਇਹ ਹੋਮ ਆਫਿਸ ਆਪਣਾ ਸਿਸਟਮ ਖੋਲੂਗਾ। ਜੀ। ਠੀਕ ਹੈ, ਔਰ ਇਹ 2 ਮਾਰਚ ਤੱਕ ਹੈਗੀ ਆ। ਜੀ। और ये इंडियन टाइम 2:30 2:30 बजे का टाइम होगा, ये शुरू होगी और 2 मार्च को ठीक 2:30 बजे बंद हो जाएगी। जी। ठीक है, और अप्लाई उस ईमेल पे करना। 24 घंटे का टाइम है जस्ट। ये ज़्यादा बनता, जो भी बनता 28 फरवरी तो लैके नहीं 28 फरवरी तो 2 मार्च 48 घंटे बनता। 48 घंटे बन हाँ जी, ठीक है जी। ठीक है जी। तो ये तुहाने अप्लाई कर सकते हो जी। अगर तुसी ये 4 शर्तां पूरियां करते हो। ਤੇ ਜਬੀਰ ਸਾਹਿਬ ਇਹਦੇ ਵਿੱਚ ਜਿਹੜੇ ਆਪਣੇ ਜਿੱਦਾਂ ਕਿ ਆਉਂਦੀ ਨਾ ਆਈਲੈਟਸ ਵਗੈਰਾ ਜਾਂ ਕੁਛ ਇਦਾਂ ਦਾ ਕੋਈ? ਵੈਰੀ ਗੁੱਡ ਕੁਐਸਚਨ ਭਾਜੀ। ਇਸ ਵੀਜ਼ਾ ਦੀ ਕਈ ਬਿਊਟੀ ਹੈਗੀ ਆ, ਨਾ ਇਸ ਵਿੱਚ ਆਇਲਟਸ ਚਾਹੀਦੀ, ਨਾ ਇਸ ਸਪਾਂਸਰ ਚਾਹੀਦਾ। ਅੱਛਾ ਜੀ। ਔਰ ਅਸੀਂ ਪ੍ਰੋਗਰਾਮ ਦੇ ਨਾਲ ਹੋਰ ਵੀ ਗੱਲਬਾਤ ਕਰਦੇ ਜਾਵਾਂਗੇ। ਇਸ ਵੀਜ਼ੇ 'ਚ ਤੁਸੀਂ ਖੁੱਲ੍ਹਾ ਕੰਮ ਕਰੋ, ਸਟੱਡੀ ਕਰੋ ਜੀ, ਬਿਜ਼ਨਸ ਵੀ ਕਰ ਸਕਦੇ ਹੋ। ਹਾਂਜੀ। ਕੁਝ ਬਿਜ਼ਨਸ ਦੀ ਸ਼ਰਤਾਂ, ਲੇਕਿਨ ਤੁਸੀਂ ਬਿਜ਼ਨਸ ਕਰ ਸਕਦੇ ਹੋ, ਕੰਪਨੀ ਬਣਾ ਸਕਦੇ ਹੋ। ਜੀ। ਔਰ ਇਹ 2 ਸਾਲ ਦਾ ਵੀਜ਼ਾ। ਅੱਛਾ, ਪਹਿਲਾ ਵੀਜ਼ਾ 2 ਸਾਲ ਦਾ ਮਿਲਣਾ? ਹਾਂਜੀ, ਇਹ ਇੱਕ ਹੀ ਵਾਰ ਮਿਲਦਾ, 1 ਆਫ ਵੀਜ਼ਾ ਹੁੰਦਾ। ਇਹ 2 ਸਾਲ ਦਾ ਵੀਜ਼ਾ ਹੈਗਾ। 2 ਸਾਲ ਦਾ ਵੀਜ਼ਾ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਜਦੋਂ ਆਪਾਂ ਇੱਕ ਬੰਦਾ ਜਿਹੜਾ ਆ ਜਾਂਦਾ ਫੈਮਿਲੀ ਵਿੱਚੋਂ, ਉਹ ਆਪਣੀ ਫੈਮਿਲੀ ਵੀ ਮੁਕਾ ਸਕਦਾ ਇਸ ਵੀਜ਼ੇ ਵਿੱਚ ਜਾਂ ਕੀ ਇਹਦੀ ਇਸ ਵਿੱਚ ਤੁਹਾਡੀ ਵਾਈਫ ਆ ਸਕਦੀ ਆ। ਹਾਂਜੀ। ਠੀਕ ਆ, ਇਸ ਵਿੱਚ ਬੱਚੇ ਅਲਾਓ ਨਹੀਂ ਜਿਹੜੇ 18 ਤੋਂ ਘੱਟ ਹੋਣ। ਅੱਛਾ ਜੀ। ਠੀਕ ਆ, ਯਾਨੀ ਕਿ ਜਿਸ ਮੇਨ ਬੰਦੇ ਨੇ ਅਪਲਾਈ ਕਰਨਾ, ਜੋ ਇਹ 4 ਸ਼ਰਤਾਂ ਪੂਰੀਆਂ ਕਰਦਾ ਜੀ, ਉਹ ਆ ਸਕਦਾ। ਤੇ ਉਹਦੀ ਵਾਈਫ ਅਪਲਾਈ ਕਰ ਸਕਦੀ ਹੈ ਬਾਅਦ ਚੋਂ ਸੈਪਰੇਟਲੀ ਉਸਦੇ ਨਾਲ। ਪਹਿਲੇ ਤੇ ਉਸ ਬੈਲਟ ਵਿੱਚ ਤੁਸਾਂ ਦਾ ਨਾਮ ਸਿਲੈਕਟ ਹੋਊਗਾ। ਜੀ। ਠੀਕ ਹੈ, ਨਾਂ ਸਿਲੈਕਟ ਹੋ ਗਿਆ, ਪਰ ਜਿੱਦਾਂ ਬੱਚੇ ਜਿਸ ਤੇ ਛੋਟੇ ਹੋਣਗੇ 2-3 ਸਾਲ ਜਾਂ 4 ਸਾਲ ਜਾਂ 5 ਸਾਲ, 18 ਤੋਂ ਘੱਟ ਆਪਾਂ ਕਹਿ ਸਕਦੇ ਹਾਂ। ਹਾਂਜੀ, ਉਹ ਬੱਚੇ ਅਲਾਓ ਨਹੀਂ ਇਸ ਵੀਜ਼ੇ 'ਚ। ਬੱਚੇ ਅਲਾਓ ਨਹੀਂ ਹੈਗੇ? ਨਹੀਂ, ਕਿਉਂਕਿ ਇਸ ਵੀਜ਼ੇ ਦਾ ਭਾਜੀ ਮਕਸਦ ਹੀ ਇਹੀ ਆ ਕਿ ਤੁਸੀਂ UK 'ਚ ਆ ਕੇ ਇੱਥੇ ਦਾ ਵਰਕ ਐਕਸਪੀਰੀਅੰਸ ਲਓ, ਇੱਥੇ ਦੇ ਕਲਚਰ ਨਾਲ ਆਪਣੇ ਆਪ ਨੂੰ ਅਵੇਅਰਨੈਸ ਪੈਦਾ ਕਰੋ, ਰੁਸ਼ਨਾਈ ਪੈਦਾ ਕਰੋ। ਠੀਕ ਆ ਜੀ। ਠੀਕ ਆ, ਅਗਰ ਤੁਸੀਂ ਬੱਚੇ ਬੁਲਾਉਣੇ ਤੇ ਤੁਸੀਂ ਕਿਸੇ ਹੋਰ ਵਿਜ਼ਿਟ ਵੀਜ਼ਾ ਦੀ ਐਪਲੀਕੇਸ਼ਨ ਜਾਂ ਕੋਈ ਹੋਰ ਸੈਪਰੇਟ ਐਪਲੀਕੇਸ਼ਨ ਲਾ ਕੇ ਬੁਲਾ ਸਕਦੇ ਹੋ। ਜੀ। ਕਿਉਂਕਿ ਇਹ ਸੈਟਲਮੈਂਟ ਵੀਜ਼ਾ ਨਹੀਂ ਹੈਗਾ, ਇਹ ਸਿਰਫ ਤੁਸੀਂ ਇੰਡੀਆ ਤੋਂ ਇੱਥੇ UK ਦੀ ਕੰਟਰੀ 'ਚ ਆਓ, ਇੱਥੇ ਦਾ ਕੰਮ ਕਰੋ, ਪੜ੍ਹੋ ਜਾਂ ਬਿਜ਼ਨਸ ਕਰੋ, ਇੱਥੇ ਤੱਕ ਮਜ਼ਾ ਲਓ ਤੁਸੀਂ। ਜੀ ਬਿਲਕੁਲ। ਇਹ ਸੈਟਲਮੈਂਟ ਵੀਜ਼ਾ ਨਹੀਂ ਹੈਗਾ। ਸੈਟਲਮੈਂਟ ਵੀਜ਼ਾ ਨਹੀਂ। ਇਹ 2 ਸਾਲ ਦੇ ਵਰਕ ਪਰਮਿਟ ਤੋਂ ਬਾਅਦ ਇਹਦੀ ਕੀ ਹੈ ਜੀ? ਇਸ ਤੋਂ ਬਾਅਦ ਇਹ ਭਾਜੀ ਚੰਗਾ ਸਵਾਲ ਕੀਤਾ ਕਿ ਅਗਰ ਤੁਸੀਂ 2 ਸਾਲ ਵਾਸਤੇ ਇੰਡੀਆ ਯੰਗ ਪ੍ਰੋਫੈਸ਼ਨਲ ਵੀਜ਼ਾ ਸਕੀਮ ਤੇ ਆਉਂਦੇ ਹੋ ਜੀ, ਤੇ ਉਸ ਤੋਂ ਬਾਅਦ ਅਗਰ ਤੁਹਾਨੂੰ ਕੋਈ ਹੋਰ ਵੀਜ਼ਾ ਕੈਟੇਗਰੀ ਸਵਿਚ ਕਰਨਾ ਤੇ ਤੁਸੀਂ ਕਰ ਸਕਦੇ ਹੋ। ਆ ਕੇ ਸਟੂਡੈਂਟ ਵੀਜ਼ਾ ਜਾਂ ਕੁਝ ਇਸੇ ਸਟੂਡੈਂਟ ਵੀਜ਼ਾ ਹੈ, ਸਕਿਲ ਵਰਕਰ ਵੀਜ਼ਾ ਜਿਹਨੂੰ ਵਰਕ ਪਰਮਿਟ ਕਹੀਦਾ ਉਹ ਹੈਗਾ। ਇਸੇ ਬਿਜ਼ਨਸ ਵੀਜ਼ਾ ਹੈਗਾ ਜਿਸੇ ਸਟਾਰਟਅਪ ਇਨੋਵੇਟਰ ਹੈਗਾ। ਇਸੇ ਤੁਸੀਂ ਅਗਰ ਸਿੰਗਲ ਹੋ ਤਾਂ ਵਿਆਹ ਵੀ ਕਰ ਸਕਦੇ ਹੋ। ਠੀਕ ਆ, ਇਸੇ ਕੋਈ ਤੁਹਾਨੂੰ ਪਾਬੰਦੀ ਨਹੀਂ ਹੈਗੀ ਜੀ। ਇਹ ਵੀਜ਼ਾ ਖੁਦ 2 ਸਾਲ ਵਾਸਤੇ, ਲੇਕਿਨ ਅਗਰ ਤੁਸੀਂ ਇਸ ਵੀਜ਼ੇ ਨੂੰ ਸਵਿਚ ਕਰਨਾ ਚਾਹੁੰਦੇ ਹੋ, ਯੈਸ ਤੁਸੀਂ ਕਰ ਸਕਦੇ ਹੋ। ਤੇ ਇਸ ਵੀਜ਼ੇ ਦੀ ਇੱਕ ਚੰਗੀ ਗੱਲ ਲੱਗੀ ਆ। ਜੀ ਜੀ ਬਿਲਕੁਲ ਜੀ। ਜਿਸ ਤਰ੍ਹਾਂ ਜਵੇਰ ਸਾਹਿਬ ਨੇ ਦੱਸਿਆ ਕਿ ਆਉਣ ਵਾਸਤੇ ਬਹੁਤ ਵਧੀਆ ਇੱਕ ਜਿਹੜਾ ਰਸਤਾ ਆ, ਪਰ ਲਿਮਟਡ ਆ, ਕੁਛ ਆਪੋ ਆਪਣੀ ਕਿਸਮਤ ਆ ਕਿ ਕਿਸਮਤ ਆਪਾਂ ਇਸ ਵੀਜ਼ੇ ਵਿੱਚ ਆਪਣੀ ਕਰੀਏ ਇਸ ਫਾਈਲ ਨੂੰ ਜਮ੍ਹਾਂ। ਤੇ ਜਿਹੜੀ ਜੇ ਕਿਸਮਤ ਵਿੱਚ ਹੋਇਆ ਤਾਂ ਜ਼ਰੂਰ ਆਈ ਥਿੰਕ 2400 ਦੱਸਿਆ ਜੀ ਤੁਸੀਂ, 2400 ਬੰਦਾ ਸਾਰਾ ਤੋਂ ਚੁਣਨਾ ਨਾ ਜੀ। 2400 ਬੰਦਾ ਹਾਂਜੀ ਸਰਕਾਰ ਨੇ ਚੁਣਨਾ। ਹਾਂਜੀ, ਜਿਤਨੇ ਵੀ ਐਪਲੀਕੈਂਟ ਹੋਣਗੇ ਇੱਕ ਰੈਂਡਮਲੀ ਬੈਲਟ ਸਿਸਟਮ ਦੇ ਥਰੂ ਚੁਣਨਗੇ ਤੇ ਤਕਰੀਬਨ 2400 ਬੰਦੇ ਉਹਨਾਂ ਇਸ ਸਾਲ ਵਾਸਤੇ ਚੁਣਨੇ। ਠੀਕ ਆ, ਔਰ ਜੋ ਨਾਲ ਇਸ ਤੇ ਅੱਛੀ ਚੀਜ਼ ਵੀ ਹੈਗੀ ਆ, ਇਸ ਵਿੱਚ ਹੋਮ ਆਫਿਸ ਦੀ ਫੀਸਾਂ ਵੀ ਇਤਨੀ ਜ਼ਿਆਦਾ ਨਹੀਂ ਹੈਗੀਆਂ ਜੀ। 259 ਪਾਉਂਡ ਇਮੀਗ੍ਰੇਸ਼ਨ ਦੀ ਫੀਸ ਹੈਗੀ ਆ। ਅੱਛਾ ਜੀ। ਉਹ ਜਿਹੜੀ NHS ਦੀ ਆ, ਜਿਹਨੂੰ IHS ਦੀ ਫੀਸ ਕਹਿੰਦੇ ਨੇ, ਉਹ ਤਕਰੀਬਨ 940 ਪਾਉਂਡ ਬਣਦੀ ਆ। ਅੱਛਾ ਜੀ। ਤਕਰੀਬਨ ਘੱਟੋ ਘੱਟ 1200 ਪਾਉਂਡ ਸਾਰੀ ਫੀਸ ਹੈਗੀ ਆ ਜੀ। ਅਗਰ ਤੁਸੀਂ ਖੁਦ ਵੀ ਅਪਲਾਈ ਕਰਨਾ ਚਾਹੋ, ਇਟਸ ਵੈਰੀ ਸਿੰਪਲ। ਅਗਰ ਲੋਕਾਂ ਨੂੰ ਨਹੀਂ ਪਤਾ ਲੱਗਦਾ ਤੇ ਕਿਸੇ ਵੀ ਜਿਹੜੇ ਕੁਆਲੀਫਾਈਡ ਬੰਦੇ ਨੇ ਜਿਸ ਸਾਡੇ ਕੋਲ ਵੀ ਆ ਸਕਦੇ ਨੇ ਜਾਂ ਕੋਈ ਵੀ ਹੋਵੇ, ਉਹਦੇ ਥਰੂ ਵੀ ਅਪਲਾਈ ਕਰ ਸਕਦੇ ਹੋ ਜੀ। ਇਹ ਜਸਟ ਸਕੀਮ ਇੰਡੀਆ ਵਾਸਤੇ ਜੀ। ਇਹ ਸਕੀਮ ਫੈਬਰੀ ਵਿੱਚ ਸਿਰਫ ਇੰਡੀਆ ਵਾਸਤੇ ਖੁੱਲੀ ਆ।
ਲਾਈਕ ਆਈ ਸੈਡ ਇਨ ਦ ਬਿਗਿਨਿੰਗ ਮੁਖਤਲਿਫ ਦੇਸ਼ਾਂ ਵਾਸਤੇ ਖੁੱਲ੍ਹਦੀ ਰਹਿੰਦੀ ਆ ਲੇਕਿਨ ਇੰਡੀਆ ਵਾਸਤੇ ਫੈਬਰੀ ਦੇ ਮਹੀਨੇ ਵਾਸਤੇ ਖੁੱਲ੍ਹੀ ਆ। ਜੀ ਬਿਲਕੁਲ ਬਿਲਕੁਲ। ਸੋ ਜਿਨ੍ਹਾਂ ਨੂੰ ਵੀ ਜਿਹੜੇ ਵੀ ਇਸ ਕੈਟਾਗਰੀ ਵਿੱਚ ਆਉਂਦੇ ਆ ਸੋ 4 ਸ਼ਰਤਾਂ ਜਿਹੜੀਆਂ ਪੂਰੀਆਂ ਕਰਦੇ ਆ ਇਹ ਵੀਜ਼ਾ 28 ਮਾਰਚ ਤੋਂ ਲੈ ਕੇ 2 ਮਾਰਚ ਨੂੰ ਸਕੀਮ ਕਹਿੰਦੇ ਬੰਦ ਹੋ ਜਾਣੀਆਂ। ਸੋ ਉਹਦੇ ਵਿੱਚ ਅਪਲਾਈ ਕਰ ਸਕਦੇ ਆ। ਬਿਲਕੁਲ ਸਹੀ ਗੱਲ ਆ ਜੀ। ਜਵੇਦ ਸਾਹਿਬ ਇਹਦੇ ਨਾਲ ਹੀ ਇੱਕ ਰਲਦਾ ਸਵਾਲ ਆ ਕਿ ਜਿਸ ਤਰ੍ਹਾਂ ਆਪਾਂ ਇੱਥੇ ਵੀਜ਼ਾ ਆਪਾਂ ਆ ਜਾਂਦੇ ਆ ਇੱਥੇ ਕੋਈ ਜਿਹੜੀ ਕੰਮ ਜਦੋਂ ਆਪਾਂ ਕਰਦੇ ਆ ਕੇ ਨਾ ਇੱਥੇ ਕਿਸੇ ਕੰਪਨੀ 'ਚ ਕੰਮ ਕਰਦੇ ਆ ਤੇ ਕੰਪਨੀ ਤੁਹਾਨੂੰ ਸਪਾਂਸਰਸ਼ਿਪ ਦੇ ਦੇਵੇ ਤਾਂ ਫਿਰ ਤੁਹਾਡਾ ਵਰਕ ਪਰਮਿਟ ਤੁਸੀਂ ਲੈ ਸਕਦੇ ਆ ਅੱਗੇ ਜਾ ਕੇ। ਜੀ ਭਾਜੀ ਅਗਰ ਤੁਸੀਂ ਇਸ ਸਕੀਮ ਦੇ ਹਵਾਲੇ ਨਾਲ ਗੱਲ ਕਰਦੇ ਹੋ ਜਾਂ ਇਨ ਜਨਰਲ ਗੱਲ ਕਰ ਰਹੇ ਹੋ ਅਗਰ ਕੋਈ ਵੀ ਬੰਦਾ ਜਿਹੜਾ ਲੈਟਸ ਸੇ ਸਟੂਡੈਂਟ ਵੀਜ਼ੇ ਤੇ ਆਇਆ ਜੀ ਅਗਰ ਉਹਨੂੰ ਵਰਕ ਪਰਮਿਟ ਸਵਿਚ ਕਰਾਉਣਾ ਤੇ ਕੋਈ ਵੀ ਕੰਪਨੀ ਜਿਸ ਕੋਲ ਹੋਮ ਆਫਿਸ ਦਾ ਸਪਾਂਸਰ ਲਾਇਸੈਂਸ ਹੈਗਾ ਉਸ ਬੰਦੇ ਦੀ ਜਿਹੜੀ ਖਾਸ ਸਕਿੱਲ ਉਸ ਬਿਜ਼ਨਸ ਨੂੰ ਚਾਹੀਦੀ ਆ ਜਿਹੜੀ ਹੋਮ ਆਫਿਸ ਦੇ ਲਿਸਟ 'ਤੇ ਲਿਖੀ ਆ ਉਹਨੂੰ ਸਪਾਂਸਰ ਕਰ ਸਕਦਾ। ਉਹ ਜਾਣੀ ਕਿ ਇਸ ਵੀਜ਼ੇ ਵਿੱਚ ਵੀ ਹੋ ਸਕਦੀ ਆ ਜੀ ਇਸ ਵੀਜ਼ੇ ਵਿੱਚ ਵੀ ਬਿਲਕੁਲ ਹੋ ਸਕਦੀ ਆ ਲੇਕਿਨ 2 ਸਾਲ ਵਾਸਤੇ ਕਰਨਾ ਤਾਂ ਕੋਈ ਸਮਝਦਾਰੀ ਨਹੀਂ ਹੋਗੀ ਕਿਉਂਕਿ 2 ਸਾਲ ਦੀ ਸਪਾਂਸਰਸ਼ਿਪ ਦੀ ਲੋੜ ਨਹੀਂ ਹੈਗੀ। ਜੀ 2 ਸਾਲ ਤਾਂ ਪਹਿਲਾਂ ਬੰਦਾ ਆ ਕੇ ਕੰਮ ਕਰ ਸਕਦਾ ਨਾ ਇਹਦੇ ਵਿੱਚ ਬਿਲਕੁਲ। ਪਰ ਕਿਉਂਕਿ ਹਰ ਕੋਈ ਆਪਣੇ ਸੁਪਨੇ ਲੈ ਕੇ ਆਉਂਦਾ ਇਸ ਮੁਲਕ ਵਿੱਚ ਕਿ ਅਸੀਂ ਯੂਕੇ ਚੱਲੇ ਆ 2 ਸਾਲ ਬਾਅਦ ਅਸੀਂ ਜਵੇਦ ਸਾਹਿਬ ਕਹਿੰਦੇ ਕਿ 2 ਸਾਲ ਬਾਅਦ ਅਸੀਂ ਜਿਹੜੀ ਕੁਛ ਨਾ ਕੁਛ ਸਾਡੀ ਸੈਟਲਮੈਂਟ ਹੋਵੇ। ਸੈਟਲਮੈਂਟ ਵਾਸਤੇ ਇਸ ਤੋਂ ਅੱਗੇ ਕਿੱਦਾਂ ਜਾਣਾ? ਉਹੀ ਸੈਟਲਮੈਂਟ ਵਾਸਤੇ ਜਿਸ ਤਰ੍ਹਾਂ ਮੈਂ ਦੱਸਿਆ 2 ਸਾਲ ਦੇ ਅੰਦਰ ਸਵਿਚ ਕਰਨਾ ਚਾਹਵੇ ਕਰ ਸਕਦਾ ਜੀ ਲੇਕਿਨ 2 ਸਾਲ ਦੇ ਬਾਅਦ ਸਵਿਚ ਕਰਨਾ ਤੇ ਕੋਈ ਨਾ ਕੋਈ ਸਪਾਂਸਰ ਲਾਇਸੈਂਸ ਹੋਵੇ ਜੀ ਜਿਸ ਕੋਲ ਹੋਮ ਆਫਿਸ ਦਾ ਲਾਇਸੈਂਸ ਹੋਵੇ ਉਹਨੂੰ ਸਪਾਂਸਰ ਕਰ ਸਕਦਾ। ਜੀ 2 ਸਾਲ ਤੋਂ ਪਹਿਲੇ ਵੀ ਕੋਈ ਕੰਪਨੀ ਕਰ ਸਕਦੀ ਹੈ ਅਗਰ ਉਹ ਚਾਹਵੇ ਠੀਕ ਆ ਲੇਕਿਨ ਫਾਇਦਾ ਇਹ ਆ ਕਿ ਤੁਸੀਂ 2 ਸਾਲ ਇਸ ਵਿੱਚ ਥੋੜ੍ਹੇ ਜਿਹੇ 4 ਪੈਸੇ ਕਮਾਓ ਥੋੜ੍ਹਾ ਜਿਹਾ ਐਕਸਪੀਰੀਅੰਸ ਲਓ ਜੀ ਆਪਣੀ ਸਕਿੱਲ ਡਿਵੈਲਪ ਕਰੋ ਉਸ ਤੋਂ ਬਾਅਦ ਸਵਿਚ ਕਰੋ ਜੀ ਠੀਕ ਆ ਕਿਉਂਕਿ एकदम ਤੁਸੀਂ आओगे नवी स्किल होगी जी हर कोई एम्प्लॉयर तुम्हारे हाथ नहीं पाऊगा लेकिन अगर कोई करना चाहो किसी की स्किल बड़ी डेस्परेटली किसी बिजनेस में चाहिए दिया तो उस कोई पाबंदी या रुकावट नहीं हैगी जी जी बिल्कुल ਪ੍ਰੋਬਲਮ ਇਹ ਆ ਜਵੇਦ ਸਾਹਿਬ ਜਦੋਂ ਕਿ ਸਟੂਡੈਂਟ ਜਦੋਂ ਇੱਥੇ ਆ ਜਾਂਦੇ ਆ ਜਾਂ ਆਪਾਂ ਵੀ ਜਿਹੜੇ ਜਿੰਨੇ ਵੀ ਇਸ ਵੀਜ਼ੇ ਰਾਹੀਂ ਇੱਥੇ ਆ ਜਾਂਦੇ ਆ ਨਾ ਫਿਰ ਪ੍ਰੋਬਲਮ ਸਾਡੇ ਜਦੋਂ ਕੰਮਾਂ ਦੀ ਪੈਂਦੀ ਇੱਥੇ ਆ ਕੇ ਤੇ ਫਿਰ ਜੇ ਤਾਂ ਉਹਨਾਂ ਨੂੰ ਕੋਈ ਕੰਪਨੀ ਵਧੀਆ ਤਰੀਕੇ ਨਾਲ ਕੰਮ ਕੋਈ ਦੇ ਦੇਵੇ ਹੈ ਨਾ ਫਿਰ ਤਾਂ ਗੱਲ ਠੀਕ ਆ ਪਰ ਜੇ ਕੰਮ ਨਹੀਂ ਮਿਲਦਾ ਜਾਂ ਥੋੜਾ ਟਾਈਮ ਉਹਨਾਂ ਨੂੰ ਫਿਰ ਉਹ ਜਿਹੜੀਆਂ ਪੇ ਸਲਿੱਪਾਂ ਵਗੈਰਾ ਜਾਂ ਆਪਣਾ ਕੰਮ ਕੀਤਾ ਦਿਖਾਉਣਾ ਪਊਗਾ ਜਾਂ ਨਹੀਂ ਦਿਖਾਉਣਾ ਪਊਗਾ ਕਿ ਕਿਸ ਇਹਦੇ ਬਾਰੇ ਅਗਰ ਤੁਸੀਂ ਗੱਲ ਕਰ ਰਹੇ ਹੋ ਕਿ ਕਿਸੇ ਵੀ ਸਟੂਡੈਂਟ ਨੇ ਸਵਿਚ ਕਰਨਾ ਕਿਸੇ ਇੰਪਲੋਇਰ ਕੋਲੋਂ ਹਾਂਜੀ ਜਾਂ ਇੰਪਲੋਇਰ ਕੋ ਕਰਾਉਣਾ ਜਾਂ ਫਿਰ ਉਹਨੇ ਵੀਜ਼ਾ ਅੱਗੇ ਵਧਾਉਣਾ 2 ਸਾਲ ਦਾ ਤਾਂ ਉਹਨਾਂ ਨੂੰ ਮਿਲਣਾ ਹੀ ਮਿਲਣਾ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਵੀਜ਼ਾ ਜਿਹੜਾ ਇਹ ਵਧਾਉਣਾ ਉਸ ਤੋਂ ਬਾਅਦ ਉਹਨਾਂ ਨੂੰ ਇੱਥੇ ਜੇ ਤਾਂ ਕੰਮ ਪ੍ਰੋਪਰ ਮਿਲਦਾ ਰਹੇ ਸੋ ਠੀਕ ਹੈ ਜੇ ਸਮ ਟਾਈਮ ਕੰਮ ਦੇ ਹਾਲਾਤ ਦੇ ਵਿੱਚ ਇੱਧਰ ਉੱਧਰ ਹੋ ਜਾਂਦੀ ਆ ਗੱਲ ਤੇ ਫਿਰ ਉਹਦੇ ਵਾਸਤੇ ਕੀ ਹੈ? ਅੱਛਾ ਸਵਾਲ ਬਾਜੀ ਤੁਹਾਡਾ ਇਹ ਆ ਕਿ ਅਗਰ ਕੋਈ ਸਟੂਡੈਂਟ ਕਿਸੇ ਇੰਪਲੋਇਰ ਕੋਲੋਂ ਵੀਜ਼ਾ ਸਵਿਚ ਕਰਾਉਂਦਾ ਇੰਪਲੋਇਰ ਕੋਲ ਹੋਮ ਆਫਿਸ ਦਾ ਲਾਇਸੈਂਸ ਹੈਗਾ ਠੀਕ ਆ ਅਗਰ ਤੇ ਉਹਨੂੰ ਵਰਕ ਪਰਮਿਟ ਜਿਹਨੂੰ ਸਕਿੱਲ ਵਰਕਰ ਵੀਜ਼ਾ ਕਹਿੰਦੇ ਮਿਲ ਜਾਂਦਾ ਅਗਰ ਇੰਪਲੋਇਰ ਕੋਲ ਕੰਮ ਹੈਗਾ ਤਾਂ ਓਬਵੀਅਸਲੀ ਇੰਪਲੋਇਰ ਉਹਨੂੰ ਘੱਟੋ ਘੱਟ 39 ਘੰਟੇ ਹੁੰਦੇ ਨੇ ਸਕਿੱਲ ਵਰਕਰ ਵੀਜ਼ੇ ਦੇ ਵੀਕ ਦੇ ਦੇਣੇ ਪੈਂਦੇ ਨੇ। ਅੱਛਾ ਅਗਰ ਕੰਮ ਨਹੀਂ ਹੈਗਾ ਫਰਜ਼ ਕਰੋ ਬਿਜ਼ਨਸ ਬੰਦ ਹੋ ਜਾਂਦਾ ਤੇ ਕਾਨੂੰਨ ਦੇ ਨਿਯਮ ਦੇ ਮੁਤਾਬਿਕ ਅਸੂਲ ਦੇ ਮੁਤਾਬਿਕ ਉਹਨੂੰ ਹੋਮ ਆਫਿਸ ਨੂੰ ਦੱਸਣਾ ਚਾਹੀਦਾ ਕਿ ਮੇਰਾ ਬਿਜ਼ਨਸ ਖਤਮ ਹੋ ਗਿਆ ਮੈਂ ਇਹਨੂੰ ਮਜ਼ੀਦ ਸਪਾਂਸਰ ਨਹੀਂ ਕਰ ਸਕਦਾ ਜੀ ਅਸੂਲ ਤੇ ਇਹ ਹੈਗਾ। ਅਸੂਲ ਤੋਂ ਹਟ ਕੇ ਕੋਈ ਬੰਦਾ ਕੋਈ ਹੋਰ ਕੰਮ ਕਰਦਾ ਪੇ ਸਲਿੱਪਾਂ ਬਣਾਉਂਦਾ ਜਾਂ ਕਾਗਜ਼ਾਂ 'ਤੇ ਚਲਾਉਂਦਾ ਤੇ ਉਹ ਕਾਨੂੰਨ 'ਤੇ ਇਜਾਜ਼ਤ ਨਹੀਂ ਦਿੰਦੇ ਲੇਕਿਨ ਕੋਈ ਕਰਨਾ ਚਾਹਵੇ ਤੇ ਉਹ ਜੀ ਆਪਣੀ ਮਰਜ਼ੀ ਹੈਗੀ ਆ ਤੇ ਕਾਨੂੰਨ ਦੇ ਮੁਤਾਬਿਕ ਉਸ ਬੰਦੇ ਨੂੰ ਘੱਟੋ ਘੱਟ 39 ਘੰਟੇ ਉਸ ਵਰਕ ਪਰਮਿਟ ਉੱਤੇ ਉਸ ਕੰਪਨੀ ਦੇ ਨਾਲ ਰਹਿ ਕੇ ਕੰਮ ਕਰਨਾ ਚਾਹੀਦਾ ਅਨਲੈਸ ਉਹ ਉਸੇ ਤਰ੍ਹਾਂ ਦੀ ਜੌਬ ਉसी ਕੈਟਾਗਰੀ ਦੀ ਜੌਬ ਜੀ ਲੈਟਸ ਸੇ ਹੈਲਥ ਕੇਅਰ ਵਰਕਰ ਵੀਜ਼ੇ ਦੀ ਗੱਲ ਕਰੀਏ ਅਗਰ ਕੋਈ ਹਿਕ ਕੇਅਰ ਹੋਮ ਵਿੱਚ ਜਾਂ ਹੈਲਥ ਕੇਅਰ ਦੀ ਥਾਂ ਤੇ ਜੌਬ ਕਰਦਾ 20 ਘੰਟੇ ਕਿਸੇ ਹੋਰ ਇੰਪਲੋਇਰ ਕੋਲ ਵੀ ਕੰਮ ਕਰ ਸਕਦਾ ਔਰ ਹੋਮ ਆਫਿਸ 'ਚ ਉਸੇ ਦੱਸਣ ਦੀ ਲੋੜ ਨਹੀਂ ਹੁੰਦੀ ਆ ਜਿਹਨੂੰ ਐਡੀਸ਼ਨਲ ਵਰਕਿੰਗ ਆਵਰ ਕਹਿੰਦੇ ਜੀ ਜੀ ਬਿਲਕੁਲ ਠੀਕ ਹੈ ਜੀ। ਸੋ ਜਵੇਦ ਸਾਹਿਬ ਇੱਕ ਸਵਾਲ ਇੱਕ ਆਪਣਾ ਹੋ ਰਿਹਾ ਕਿ ਜਿਸ ਤਰ੍ਹਾਂ ਇੱਥੇ ਕਾਫੀ ਤੁਹਾਨੂੰ ਪਤਾ ਸਟੂਡੈਂਟ ਵੀ ਆਏ ਆ ਜਾਂ ਜਿਹੜੇ ਡੋਂਕੀ ਲਾ ਕੇ ਵੀ ਲੋਕ ਆਉਂਦੇ ਨੇ ਨਾ ਜੀ ਸੋ ਡੋਂਕੀ ਲਾ ਕੇ ਜਿਹੜੇ ਆਉਂਦੇ ਨੇ ਉਹਨਾਂ ਵਾਸਤੇ ਤੁਸੀਂ ਉਹ ਕਿਸੇ ਦਾ ਸਵਾਲ ਆਇਆ ਸਾਨੂੰ ਕਿ ਡੋਂਕੀ ਲਾ ਕੇ ਆਇਆ ਬੰਦਾ ਜਿਹੜਾ ਉਹ ਇੱਥੇ ਵੀਜ਼ਾ ਕਰ ਸਕਦਾ ਸਵਿਚ ਕਿਸੇ ਵੀ ਤਰ੍ਹਾਂ ਦਾ ਜਾਂ ਸਟੱਡੀ ਵੀਜ਼ਾ ਜਾਂ ਕੋਈ ਹੋਰ ਕੋਈ ਸਪਾਂਸਰ ਕਰ ਦੇਵੇ? ਦੇਖੋ ਜੀ ਬੜਾ ਇੱਕ ਕਲੀਅਰ ਅਸੂਲ ਹੈ ਇਮੀਗ੍ਰੇਸ਼ਨ ਦਾ
ਜਿਹੜਾ ਬੰਦਾ ਇਲੀਗਲ ਤਰੀਕੇ ਨਾਲ ਯੂਕੇ 'ਚ ਐਂਟਰ ਹੋਊਗਾ, ਇੱਕ ਅਸੀਂ ਆਮ ਭਾਸ਼ਾ ਡੰਕੀ ਦਾ ਵਰਡ ਯੂਜ਼ ਕਰਦੇ ਹਾਂ, ਗੈਰ ਕਾਨੂੰਨੀ ਤਰੀਕੇ ਨਾਲ ਜਾਂ ਇੰਗਲਿਸ਼ ਚੈਨਲ ਕ੍ਰਾਸ ਕਰਕੇ ਜਾਂ ਲਾਰੀਆਂ ਦੇ ਪਿੱਛੇ, ਜਿਹਨੂੰ ਕਲੈਂਡਸਟਨ ਵੀ ਕਹਿੰਦੇ, ਛੁਪ ਕੇ ਆਉਂਦੇ, ਉਹ ਕਿਸੇ ਵੀ ਜਿਹੜੀ ਪੁਆਇੰਟ ਬੇਸ ਇਮੀਗ੍ਰੇਸ਼ਨ ਇਸ ਵਿੱਚ ਨਹੀਂ ਕਰ ਸਕਦੇ। ਪੁਆਇੰਟ ਬੇਸ ਦਾ ਮਤਲਬ ਜਿਸ ਸਟੂਡੈਂਟ ਵੀਜ਼ਾ, ਵਰਕ ਪਰਮਿਟ, ਬਿਜ਼ਨਸ ਵੀਜ਼ਾ ਜਾਂ ਕੋਈ ਵੀ ਦੂਸਰਾ ਸ਼ਾਰਟ ਟਰਮ ਕੈਟੇਗਰੀ ਦੇ ਵੀਜ਼ੇ ਵਿੱਚ ਨਹੀਂ ਕਰ ਸਕਦਾ। ਇਹ ਬੜਾ ਕਲੀਅਰ ਅਸੂਲ ਆ। ਹਾਂ, ਉਹ ਕੀ ਕਰ ਸਕਦਾ? ਉਹ ਸ਼ਾਦੀ ਕਰ ਸਕਦਾ, ਠੀਕ ਆ। ਸ਼ਾਦੀ ਤੋਂ ਬਾਅਦ ਉਹਦੇ ਜਿਹੜੇ ਹਿਊਮਨ ਰਾਈਟਸ ਕ੍ਰੀਏਟ ਹੁੰਦੇ ਨੇ, ਹਿਊਮਨ ਰਾਈਟ ਦੀ ਬੇਸ ਤੇ ਉਹ ਕੋਈ ਹੋਰ ਵੀਜ਼ਾ ਇਨਸਾਨੀ ਰਾਈਟਸ ਦੀ ਬੇਸ ਤੇ ਅਪਲਾਈ ਕਰ ਸਕਦਾ। ਜਿਸ ਅਕਸਰ ਤੁਸੀਂ ਸੁਣਿਆ ਹੋਏਗਾ ਕਿ ਜਦੋਂ ਇਲੀਗਲ ਬੰਦੇ ਦਾ ਕੋਈ ਬੱਚਾ ਹੋ ਜਾਂਦਾ ਕਿਸੇ ਦੂਜੀ ਕੁੜੀ ਨਾਲ, ਉਸ ਤੇ ਮਿਲ ਜਾਂਦਾ, ਜਾਂ ਉਹ ਇਲੀਗਲ ਬੰਦਾ ਜਿਹਨੂੰ ਕੋਈ ਇਹਦੀ ਬਿਮਾਰੀ ਜਾਂ ਕੋਈ ਮਰਜ਼ ਲੱਗ ਜਾਂਦਾ ਔਰ ਆਪਣੇ ਦੇਸ਼ ਟਰੈਵਲ ਨਹੀਂ ਕਰ ਸਕਦਾ, ਉਸ ਦੀ ਬੇਸ ਤੇ ਵੀਜ਼ਾ ਲੱਗ ਜਾਂਦਾ, ਜਾਂ ਉਹ ਬੰਦਾ ਕਿਸੇ ਬ੍ਰਿਟਿਸ਼ ਕੁੜੀ ਨਾਲ ਜਾਂ ਪੱਕੇ ਬੰਦੇ ਨਾਲ ਵਿਆਹ ਕਰਦਾ, ਠੀਕ ਆ, ਔਰ ਉਸ ਬ੍ਰਿਟਿਸ਼ ਬੰਦੇ ਦੀ ਹਾਲਤ ਇਹ ਜੀ ਹੈਗੀ ਆ ਕਿ ਉਸ ਬਗੈਰ, ਉਸ ਇਲੀਗਲ ਬੰਦੇ ਦੇ ਬਗੈਰ ਉਹ ਬੰਦਾ ਜਿੰਦਾ ਨਹੀਂ ਰਹਿ ਸਕਦਾ। ਤੇ ਇਹਨੂੰ ਅਸੀਂ ਹਿਊਮਨ ਰਾਈਟਸ ਦੇ ਵੀਜ਼ੇ ਜਾਂ ਕੰਪੈਸ਼ਨੇਟ ਗਰਾਊਂਡਸ ਕਹਿੰਦੇ ਆ, ਜਿਹਨੂੰ ਕਾਨੂੰਨੀ ਜ਼ੁਬਾਨ ਵਿੱਚ ਗੱਲ ਕੀਤੀ ਜਾਵੇ ਤੇ 276 ਇੱਕ ਧਾਰਾ ਹੁੰਦੀ ਆ, ਪੈਰਾਗ੍ਰਾਫ ਹੁੰਦਾ, ਉਹਦੀ ਬੇਸ ਤੇ ਕਰ ਸਕਦਾ। ਨੋਰਮਲੀ ਕੱਚਾ ਬੰਦਾ ਜਿਹੜਾ ਹੁੰਦਾ ਉਹ ਸਟੂਡੈਂਟ, ਬਿਜ਼ਨਸ ਵੀਜ਼ਾ, ਵਰਕ ਪਰਮਿਟ ਅਪਲਾਈ ਨਹੀਂ ਕਰ ਸਕਦਾ। ਜੀ ਜੀ ਬਿਲਕੁਲ ਜੀ, ਅਨਲੈਸ ਉਹ ਅਸਾਲਮ ਕਰੇ ਔਰ ਅਸਾਲਮ ਵਿੱਚ ਰੈਫਿਊਜੀ ਦੇ ਤਹਿਤ ਜਾਂ ਹਿਊਮੈਨਿਟੇਰੀਅਨ ਪ੍ਰੋਟੈਕਸ਼ਨ ਦੇ ਤਹਿਤ ਵੀਜ਼ਾ ਮਿਲੇ, ਉਹ ਇੱਕ ਡਿਫਰੈਂਟ ਗੱਲ ਆ। ਲੇਕਿਨ ਗੱਲ ਹੈ ਕਿ ਜਿਸ ਬੰਦੇ ਨੂੰ ਅਸਾਲਮ ਮਿਲ ਗਈ ਜਾਂ ਹਿਊਮਨ ਰਾਈਟ ਦੇ ਤਹਿਤ ਵੀਜ਼ਾ ਮਿਲ ਗਿਆ, ਉਹ ਵਰਕ ਪਰਮਿਟ ਜਾਂ ਸਟੱਡੀ ਵੀਜ਼ਾ 'ਚ ਕੌਣ ਜਾਊਗਾ? ਉਹ ਤਾਂ ਵੈਸੇ ਵੀ ਕੰਮ ਕਰ ਸਕਦਾ। ਜੀ ਬਿਲਕੁਲ ਨਹੀਂ, ਉਸ ਪਹਿਲਾਂ ਆ ਕੇ ਉਹਨੂੰ ਹਿਊਮਨ ਰਾਈਟਸ 'ਤੇ ਕੇਸ ਲਾਉਣਾ ਪਊਗਾ ਜੀ, ਅਸਾਈਲਮ ਵਿੱਚ ਉਹਨੂੰ ਲਾਉਣਾ ਪਊਗਾ। ਜੇ ਅਸਾਈਲਮ ਵਿੱਚ ਉਹਨਾਂ ਦਾ ਕੇਸ ਹੋ ਜਾਂਦਾ, ਉਸ ਤੋਂ ਬਾਅਦ ਹੋ ਸਕਦਾ। ਪਰ ਉਹ ਜੇ ਉਹਨੂੰ ਵੀਜ਼ਾ ਮਿਲ ਗਿਆ, ਤੁਹਾਡੇ ਕਹਿਣ ਦਾ ਮਤਲਬ ਕੋਈ ਫਿਰ ਲੋੜ ਨਹੀਂ ਹੈਗੀ ਹੋਰ ਪਾਸੇ ਵੀਜ਼ਾ ਉਹਨੂੰ ਕਰਨ ਦੀ ਵਿੱਚ? ਹਾਂਜੀ, ਕੋਈ ਲੋੜ ਨਹੀਂ, ਅਨਲੈਸ ਉਹਦੇ ਸਰਕਮਸਟੈਂਸਿਸ ਚੇਂਜ ਹੋ ਜਾਣਗੇ। ਜੀ ਬਿਲਕੁਲ। ਜਿਸ ਤਰ੍ਹਾਂ ਯੂਕਰੇਨ ਦੀ ਵਾਰ ਚੱਲ ਰਹੀ ਆ, ਇਹਨਾਂ ਨੂੰ ਹਕੂਮਤ ਨੇ ਇੱਕ ਖਾਸ ਸਕੀਮ ਦੇ ਤਹਿਤ ਇੱਥੇ ਵੀਜ਼ੇ ਦਿੱਤੇ। ਕੱਲ੍ਹ ਯੂਕਰੇਨ ਦੀ ਵਾਰ ਬੰਦ ਹੋ ਜਾਂਦੀ ਆ, ਪਰ ਉਹੀ ਲੋਕ ਅਗਰ ਸਟੱਡੀ ਵੀਜ਼ੇ 'ਤੇ ਜਾਵਣ, ਬਿਜ਼ਨਸ ਵੀਜ਼ੇ 'ਤੇ ਜਾਵਣ, ਤੇ ਉਹ ਸ਼ਾਇਦ ਚੇਂਜ ਕਰਨਗੇ ਜਿਨ੍ਹਾਂ ਨੇ ਮਜ਼ੀਦ ਰਹਿਣਾ। ਨੋਮੀ ਲੋਕੀ ਕਰਦੇ ਨਹੀਂ ਹੈਗੇ। ਜੀ ਬਿਲਕੁਲ ਜੀ, ਜਿਸ ਤਰੀਕੇ ਨਾਲ ਭਾਜੀ ਨੇ ਦੱਸਿਆ ਕਿ ਜਿਹੜਾ ਨੋਰਮਲ ਡੋਂਕੀ ਲਾ ਕੇ ਆਉਂਦੇ ਜਾਂ ਕੋਈ ਕਿਸੇ ਵੀ ਵੀਜ਼ਾ ਕੈਟਾਗਰੀ ਵਿੱਚ ਨਹੀਂ ਬੰਦਾ ਇੱਥੇ ਆਉਂਦਾ, ਸੋ ਉਹ ਬਿਲਕੁਲ ਨਹੀਂ ਕਰ ਸਕਦਾ ਕਿਸੇ ਵੀ, ਇਹਨਾਂ ਦਾ ਲੋਅ ਆ। ਸੋ ਜੁਬੇਰ ਸਾਹਿਬ, ਇੱਕ ਹੋਰ ਗੱਲ ਆ, 7 ਸਾਲ ਵਾਲਾ ਜਿਹੜਾ ਕੇਸ ਹੈ ਜੀ, ਉਹਦੇ ਬਾਰੇ ਵੀ ਸਾਨੂੰ ਸਵਾਲ ਆਉਂਦੇ ਨਾ। ਬਿਲਕੁਲ, ਕਿ 7 ਸਾਲ ਦਾ ਜਿਹੜਾ ਹੈਗਾ, ਜਿਹੜਾ ਬੱਚਾ ਉੱਥੋਂ 7 ਸਾਲ ਦਾ ਆਉਂਦਾ, ਉਹ 18 ਸਾਲ ਤੋਂ ਥੱਲੇ ਹੋਣਾ ਚਾਹੀਦਾ? ਭਾਜੀ, ਇਹ ਅਗਰ ਤੁਹਾਨੂੰ ਸਵਾਲ ਪੁੱਛ ਰਹੇ ਹੋ ਸਟੇਟਲੈਸ ਦੇ ਦੁਆਰੇ, ਸਟੇਟਲੈਸ ਦਾ ਤਾਂ ਚਲੋ ਆਪਾਂ ਨੂੰ ਪਤਾ ਲੱਗ ਗਿਆ ਨਾ। ਆਈ ਥਿੰਕ ਉਹ ਜਿਹੜੇ ਕੋਈ ਵੀ ਬੱਚੇ, ਹਾਂਜੀ, ਕਾਨੂੰਨ ਨਵਾਂ ਹੀ ਕਹਿੰਦਾ, ਜਿਹਨੂੰ ਫੈਮਿਲੀ ਐਂਡ ਪ੍ਰਾਈਵੇਟ ਅਪੈਂਡਿਕਸ ਕਹਿੰਦੇ ਆ, ਕੋਈ ਬੱਚਾ ਜਿਹੜਾ ਯੂਕੇ 'ਚ ਪੈਦਾ ਹੋਵੇ ਜਾਂ ਯੂਕੇ 'ਚ ਨਾ ਪੈਦਾ ਹੋਵੇ, ਅਗਰ 18 ਸਾਲ ਤੋਂ ਘੱਟ 7 ਸਾਲ ਬਿਤਾ ਲਵੇ ਇਸ ਦੇਸ਼ ਵਿੱਚ, ਯੂਕੇ ਦੇ ਅੰਦਰ, ਤੇ ਉਹ ਉਸ ਬੇਸ 'ਤੇ ਸਿੱਧਾ ਪੱਕਾ ਹੋਊਗਾ ਜੀ। ਇੱਕ ਨਵਾਂ ਕਾਨੂੰਨ ਜੁਲਾਈ 2022 'ਚ ਆਇਆ। ਉਸ ਤੋਂ ਪਹਿਲੇ 2.5 ਸਾਲ ਦਾ ਵੀਜ਼ਾ ਮਿਲਦਾ ਸੀ ਉਸ ਬੱਚੇ ਨੂੰ, ਠੀਕ ਆ। ਲੇਕਿਨ ਹੁਣ ਇੱਕ ਹੀ ਕਾਨੂੰਨ ਕਰ ਦਿੱਤਾ, ਠੀਕ ਆ, ਜਿਸ ਵਿੱਚ ਈਵਨ ਸਟੇਟਲੈਸ ਵਾਲੇ ਨੂੰ ਵੀ ਉਹ ਇਹੀ ਕਹਿੰਦੇ ਨੇ ਕਿ ਉਹਦੇ ਖੈਰ ਉਸ ਬਹਿਸ 'ਚ ਨਹੀਂ ਜਾਂਦੇ, ਉਹ ਥੋੜਾ ਕੰਪਲੀਕੇਟਿਡ ਹੈਗਾ, ਠੀਕ ਆ, ਕਿਉਂਕਿ ਉਹ ਵੀ ਨਹੀਂ ਦੇ ਰਹੇ, ਠੀਕ ਆ, 5 ਸਾਲਾਂ ਦੀ ਬੇਸ 'ਤੇ ਨਹੀਂ ਦੇ ਰਹੇ। ਉਹ ਤਾਂ ਇਹਨਾਂ ਨੇ ਬੰਦ ਹੀ ਕਰਤਾ ਨਾ ਮੇਰੇ ਖਿਆਲ ਨਾਲ, ਆਲਮੋਸਟ। ਹਾਂਜੀ, ਅਗਰ ਬੰਦ ਨਹੀਂ ਕੀਤਾ ਤਾਂ ਦਿੰਦੇ ਵੀ ਨਹੀਂ, ਤੇ ਆਲਮੋਸਟ ਬੰਦ ਹੀ ਸਮਝੋ, ਠੀਕ ਆ, ਕਿਉਂਕਿ ਅਸੀਂ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਪ੍ਰੂਵ ਕਰਨੀ ਪੈਂਦੀਆਂ, ਕਿਉਂਕਿ ਜਿਹਨਾਂ ਲੋਕਾਂ ਨੇ ਵੀ ਲਾਏ, ਅਸਾਂ ਤਾਂ ਨਹੀਂ ਸੁਣਿਆ ਕਿ ਜੂਨ 2022 ਤੋਂ ਬਾਅਦ ਕਿਸੇ ਦਾ 5 ਸਾਲ ਦੀ ਬੇਸ 'ਤੇ ਸਟੇਟਲੈਸ ਦੀ ਬੇਸ 'ਤੇ ਲੱਗਿਆ ਹੋਵੇ, ਖਾਸ ਕਰ ਇੰਡੀਅਨ ਨਾਗਰਿਕ ਵਾਸਤੇ। ਤੇ ਹੁਣ ਸਾਰੇ ਲੋਕੀ 7 ਸਾਲਾਂ ਦੇ ਉਸ ਕਾਨੂੰਨ ਤੇ ਰਿਲਾਈ ਕਰ ਰਹੇ। ਬੱਚਾ ਯੂਕੇ 'ਚ ਪੈਦਾ ਹੋਵੇ ਜਾਂ ਆਪਣੇ ਦੇਸ਼ ਤੋਂ ਆਇਆ ਹੋਵੇ, ਕਿਸੇ ਵੀ ਦੇਸ਼ ਤੋਂ ਆਇਆ ਹੋਵੇ, ਠੀਕ ਆ, ਲੀਗਲੀ ਰਵੇ ਜਾਂ ਇਲੀਗਲੀ ਰਵੇ, ਠੀਕ ਆ, ਉਹ 7 ਸਾਲ ਪੂਰੇ ਕਰਨੇ ਤੋਂ ਬਾਅਦ ਬੱਚੇ ਨੂੰ ਇਨਡੈਫੀਨਿਟ ਲੀਵ ਟੂ ਰਿਮੇਨ ਮਿਲੂਗੀ, ਠੀਕ ਆ। ਹਾਂਜੀ, ਔਰ ਉਸ ਬੇਸ ਤੇ ਆਬਵੀਅਸਲੀ ਪੇਰੈਂਟਸ ਨੂੰ 2.5 ਸਾਲ ਦਾ ਵੀਜ਼ਾ ਮਿਲੂਗਾ। 2.5 ਸਾਲ ਦਾ ਵੀਜ਼ਾ ਨਹੀਂ, ਬੱਚੇ ਨੂੰ ਵੀ ਵੀਜ਼ਾ ਮਿਲਣਾ 2.5 ਸਾਲ ਦਾ ਨਹੀਂ। ਹੁਣ ਇਸ ਕਾਨੂੰਨ ਦੇ ਮੁਤਾਬਿਕ ਬੱਚੇ ਨੂੰ ਸਿੱਧਾ ILR ਜਾਂ PR ਮਿਲੂਗੀ, ਔਰ 1 ਸਾਲ ਬਾਅਦ ਬੱਚਾ ਫਿਰ ਬ੍ਰਿਟਿਸ਼ ਪਾਸਪੋਰਟ ਲੈ ਸਕਦਾ। ਜੀ ਬਿਲਕੁਲ। ਸੋ ਜਿਹੜੇ ਬੱਚੇ ਅੱਜ ਪੈਦਾ ਹੁੰਦੇ ਨੇ, ਆਪਣੇ ਕੋਲ ਪੇਰੈਂਟਸ ਕੋਲ ਵੀਜ਼ਾ ਆ, ਜਿਹੜੇ ਉਹਨਾਂ ਵਾਸਤੇ ਕਿ 2.5 ਸਾਲ ਦਾ ਵੀਜ਼ਾ, ਆਪਾਂ 10 ਸਾਲ ਵਾਲੇ ਰੂਟ 'ਤੇ ਜਾ ਰਹੇ ਹਾਂ, ਉਹਨਾਂ ਦੇ ਜਿਹੜੇ ਬੱਚੇ ਆ, ਸੈਕੰਡ ਬੇਬੀ ਆ, ਸਾਲ ਦਾ ਜਾਂ 2 ਸਾਲ ਦਾ ਲਾ ਲਓ, ਉਹਨਾਂ ਵਾਸਤੇ ਕਿੱਦਾਂ ਇਹ ਜਿਹੜਾ ਪਾਸਪੋਰਟ ਮਿਲਣਾ ਆ, ਇਹ ਫਿਰ ਕਦੋਂ ਮਿਲ ਸਕਦਾ? ਨਹੀਂ ਭਾਜੀ, ਰੂਲ
ਡਿਪੈਂਡ ਹੈ ਕਿ ਪੇਰੈਂਟਸ ਦਾ ਸਟੇਟਸ ਕੀ ਹੈਗਾ। ਨਹੀਂ, ਪੇਰੈਂਟਸ ਦਾ ਸਟੇਟਸ ਇਹੀ 7 ਆਪਣਾ ਜਿਹੜਾ 10 ਸਾਲ ਅਗਰ ਪੇਰੈਂਟਸ 2.5 ਸਾਲ ਵੀਜ਼ੇ ਤੇ ਅੱਗੇ, ਬੱਚਾ ਨਵਾਂ ਪੈਦਾ ਹੋਇਆ ਤੇ ਬੱਚੇ ਨੂੰ 2.5 ਸਾਲ ਦਾ ਵੀਜ਼ਾ ਹੀ ਮਿਲੂਗਾ। ਵੀਜ਼ਾ ਮਿਲੂਗਾ ਅਨਲੈਸ ਕਿ ਬੱਚਾ 7 ਸਾਲ ਪੂਰੇ ਕਰੇ, ਹਾਂਜੀ, ਤੇ ਫਿਰ ਉਹ ਪੱਕਾ ਹੋਊਗਾ, ਠੀਕ ਆ, ਹਾਂਜੀ। ਜਾਂ ਅਨਲੈਸ ਕਿ ਜਿਹੜੇ ਪੇਰੈਂਟਸ ਜਿਨ੍ਹਾਂ ਦਾ ਬੱਚਾ ਯੂਕੇ 'ਚ ਪੈਦਾ ਹੋਇਆ ਹੋਵੇ, ਹਾਂਜੀ, ਠੀਕ ਹੈ, ਉਹ ਪੇਰੈਂਟ ਨੂੰ ਇਸ ਦੌਰਾਨ ਇਨਡੈਫੀਨਿਟ ਮਿਲ ਜਾਵੇ ਤੇ ਬੱਚਾ ਵੀ ਪੱਕਾ ਹੋਊਗਾ, ਠੀਕ ਆ। ਇਹ ਪੁਆਇੰਟ ਸਮਝੋ ਥੋੜਾ ਜਿਹਾ। ਅਗਰ ਫਰਜ਼ ਕਰੋ ਮੇਰੇ ਕੋਲ 2.5 ਸਾਲ ਦਾ ਵੀਜ਼ਾ ਹੈਗਾ ਜੀ, ਠੀਕ ਆ, ਠੀਕ ਆ, ਔਰ ਮੇਰੀ ਤੀਸਰੀ ਐਕਸਟੈਂਸ਼ਨ ਲੱਗੀ ਪਈ ਆ, ਹਾਂਜੀ, ਠੀਕ ਹੈ, 5 ਸਾਲਾਂ ਬਾਅਦ ਮੈਂ ਪੱਕਾ ਹੋ ਜਾਂਦਾ, ਮੇਰਾ ਬੱਚਾ ਅੱਜ ਪੈਦਾ ਹੋਇਆ, ਹਾਂਜੀ, ਤੇ ਜੋ ਹੀ ਮੈਂ ਪੱਕਾ ਹੋਊਂਗਾ ਮੇਰਾ ਬੱਚਾ ਵੀ ਆਟੋਮੈਟਿਕਲੀ ਪੱਕਾ ਹੋ ਜਾਊਗਾ, ਸ਼ਰਤ ਹੈ ਕਿ ਬੱਚਾ ਯੂਕੇ ਦੇ ਅੰਦਰ ਪੈਦਾ ਹੋਇਆ ਹੋਵੇ, ਠੀਕ ਹੈ। ਅਦਰਵਾਈਜ਼ ਬੱਚਾ ਵੀ 7 ਸਾਲ ਪੂਰੇ ਕਰੂਗਾ। ਅਗਰ ਮੇਰੇ ਤੋਂ ਪਹਿਲੇ ਬੱਚੇ ਨੇ 7 ਸਾਲ ਪੂਰੇ ਕਰ ਦਿੱਤੇ, ਮੇਰੇ 10 ਸਾਲ ਤੋਂ ਪਹਿਲੇ ਬੱਚੇ ਨੇ 7 ਸਾਲ ਪੂਰੇ ਕਰ ਦਿੱਤੇ, ਬੱਚਾ ਵੀ ਪੱਕਾ ਹੋ ਜਾਏਗਾ ਜੀ, ਠੀਕ ਹੈ। ਔਰ ਮੇਰੇ 10 ਸਾਲ ਤੋਂ ਬਾਅਦ ਬੱਚੇ ਨੇ 7 ਸਾਲ ਪੂਰੇ ਨਹੀਂ ਕੀਤੇ और मैं 10 साल पूरे करके इनडेफिनेट ले लूँ तो बच्चा ऑटोमैटिकली इनडेफिनेट मिल जाऊगी जी। बेसिकली असूल है कि जेडे पेरेंट्स के बच्चे इतने पैदा होंगे और बच्चे अगर ब्रिटिश माँ प्यो अगर ब्रिटिश होवन या ILR होवे और बच्चे इतने पैदा होन तो बच्चे स्ट्रेट वे पक्के हो जाते। असूल ये है जिस तरीके नाल कि ਬੱਚਿਆਂ ਦਾ ਜਿਹੜਾ ਮਾਂ ਪਿਓ ਦਾ ਵੀਜ਼ਾ ਜਿਹੜਾ ਪਹਿਲਾਂ ਹੋ ਜਾਂਦੇ ਉਹ ਪੱਕੇ, ਬੱਚੇ ਦਾ ਹਾਲੇ ਸੈਕੰਡ ਵੀਜ਼ਾ ਜਾਂ ਥਰਡ ਵੀਜ਼ਾ ਆ, ਉਹ ਵੀਜ਼ੇ 'ਚ ਨਹੀਂ ਰਹਿਣਾ, ਉਹਨੇ ਨਾਲ ਹੀ ਪੱਕਾ ਹੋ ਜਾਣਾ ਉਹਨੂੰ, ਹਾਂਜੀ, ਜਦੋਂ 10 ਸਾਲ ਪੂਰੇ ਕਰ ਲਏ, ਹਾਂਜੀ, ਬਿਲਕੁਲ। ਉਸ ਤੋਂ ਬਾਅਦ ਤੁਸੀਂ ਇਹ ਕਹਿੰਦੇ ਆ ਕਿ ਉਹ ਨਾਲ ਹੀ ਪੱਕਾ ਹੋ ਜਾਣਾ, ਹਾਂਜੀ, ਅਗਰ ਮਾਂ ਪਿਓ ਨੂੰ ਇੰਡੈਫੀਨਿਟ ILR ਜਾਂ PR ਮਿਲ ਜਾਊ ਤੇ ਜੀ, ਜੀ, ਬਿਲਕੁਲ ਜੀ। ਇਹ ਵੀ ਕਾਫੀ ਦੁਬਿਧਾ ਦਾ ਸਵਾਲ ਸੀਗਾ ਕਿ ਜਿਹੜੇ ਬੱਚੇ ਪੈਦਾ ਹੋਣ, ਬੱਚੇ ਬਾਅਦ ਵਿੱਚ ਪੈਦਾ ਹੋਏ ਆ ਅਤੇ ਉਹ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਵੀਜ਼ਾ, ਕਿਉਂਕਿ ਮਾਂ ਪਿਓ ਪਹਿਲਾਂ ਪੱਕੇ ਹੋ ਜਾਂਦੇ ਨੇ ਅਤੇ ਉਹਨਾਂ ਦਾ ਜਿਹੜਾ ਬੱਚਾ ਆ ਉਹ ਹਾਲੇ ਵੀਜ਼ੇ ਵਿੱਚ ਹੀ ਜਾਊਗਾ ਜਾਂ ਨਹੀਂ, ਪਰ ਵਕੀਲ ਸਾਹਿਬ ਨੇ ਇਹ ਵੀ ਕਲੀਅਰ ਕਰ ਦਿੱਤਾ ਆ। ਸੋ ਬਿਲਕੁਲ ਵਕੀਲ ਸਾਹਿਬ ਸੇ ਇਹ ਤਾਂ ਆਪਣੀਆਂ ਸਾਰੀਆਂ ਗੱਲਾਂ ਹੋ ਗਈਆਂ, ਪਰ ਇੰਡੀਆ ਯੰਗ ਪ੍ਰੋਫੈਸ਼ਨਲ ਤੇ ਆਪਾਂ ਆ ਜਾਂਦੇ ਹਾਂ ਦੁਬਾਰਾ। ਬਿਲਕੁਲ ਭਾਜੀ, ਜਿਹੜਾ ਅੱਜ ਦਾ ਮੁੱਦਾ ਜਿਹੜਾ ਆਪਣੀ ਖਬਰ ਆ, ਹਾਂਜੀ, ਠੀਕ ਹੈ, ਜਿਹੜੀ ਹੌਟ ਨਿਊਜ਼ ਹੈਗੀ ਆ, ਜਿਸ ਇੰਡੀਆ ਦੀ ਜਿਹੜੇ ਯੰਗ ਯੂਥ ਜਿਸ ਦਾ ਵੇਟ ਕਰ ਰਹੇ ਨੇ ਹਰ ਸੋਸ਼ਲ ਮੀਡੀਆ ਤੇ, ਹਰ ਦੂਜੇ ਤੀਜੇ ਬੰਦੇ ਤੇ, ਖਾਸ ਕਰ ਪੰਜਾਬ ਵਿੱਚ ਮੈਂ ਕਹੂੰਗਾ ਹਰ ਕਿਸੇ ਦੀ ਜ਼ੁਬਾਨ ਤੇ, ਜਿਨ੍ਹਾਂ ਦੀ ਉਮਰ 18 ਤੋਂ 30 ਸਾਲ ਹੈਗੀ ਆ, ਔਰ ਉਹਨਾਂ ਖਬਰਦਾਰ ਰਹਨ ਜੀ। ਬਿਲਕੁਲ, ਤੁਸਾਂ ਨੇ 28 ਫਰਵਰੀ ਨੂੰ इंडियन टाइम के मुताबिक 2:30 बजे तो लैके 2 मार्च 2:30 बजे तक, अगर तुहाडी उम्र 18 तो 30 साल हैगी, अगर तुहां कोल ग्रैजुएट लैवल की डिग्री हैगी या कोई भी डिप्लोमा हैगा, ठीक है, अगर तुहां कोल 2530 पौंड हैगे पिछले 28 दिनों च, ठीक है, तो तुसी और ओबवियसली तुसी इंडियन नागरिक हैगे, दैट्स इंपोर्टेंट, क्योंकि सिर्फ इंडियन वास्ते, तो तुसी इस स्कीम विच ईमेल के थ्रू अप्लाई कर सकते हो। ईमेल एड्रैस केड़ा होगा वो gov.uk ते होम ऑफिस दे दूगी, वो नॉर्मली एक दिन पहले या कुछ घंटे पहले होम ऑफिस देंदी आ, अदरवाइज लोग पहले अप्लाई करना शुरू कर देंगे जी। बिल्कुल, ते अगर तुसी इंडियन अगे 18 तो 30 साल की उम्र होगी, तुहां कोल इंडिया की कोई डिग्री लैवल के बराबर कोई क्वालिफिकेशन हैगी, ठीक है, और तुहां कोल 25 तो 30 पौंड हैगे, ते तुसी प्लीज़ ਜ਼ਰੂਰ ਆਪਣੀ ਕਿਸਮਤ ਆਜ਼ਮਾਈ ਕਰੋ ਜੀ। ਬੈਲਟ 'ਚ ਅਗਰ ਤੁਹਾਡਾ ਨਾਂ ਆ ਗਿਆ ਜੀ ਤੇ ਤੁਸੀਂ ਉਹਨਾਂ 2400 ਖੁਸ਼ਨਸੀਬਾਂ 'ਚ ਰੱਬ ਕਰੇ ਤੁਸੀਂ ਹੋ ਤੇ ਤੁਸੀਂ ਇਸੇ UK ਵਿੱਚ 2 ਸਾਲ ਦੇ ਓਪਨ ਵਰਕ ਪਰਮਿਟ ਤੇ ਆ ਸਕਦੇ ਹੋ, ਔਰ ਇਸ 2 ਸਾਲਾਂ ਤੋਂ ਬਾਅਦ ਜਾਂ ਇਸ ਤੋਂ ਅੰਦਰ ਤੁਸੀਂ ਕਿਸੇ ਹੋਰ ਵੀਜ਼ਾ ਕੈਟਾਗਰੀ ਵਿੱਚ ਸਵਿਚ ਵੀ ਕਰ ਸਕਦੇ ਹੋ ਜੀ। ਤੇ ਇਹ ਭਾਜੀ बड़ी आज की ताज़ा खबर हैगी जी। बिल्कुल जी, बिल्कुल मैं चाहता वा कि आज प्रोग्राम करने का मकसद ये जी कि तुसी इस PBC चैनल के थ्रू अपनी कम्यूनिटी के अंदर, क्योंकि PBC कम्यूनिटी चैनल है, या Sky 775 से जड़े भी सुनने वाले वो इस खबर तो इनफॉर्म्ड रहन और बाद चो ये ना कहन कि असा ये अपॉर्चुनिटी मिस कर देती है जी। तो दिस इज़ बेसिकली एन अपॉर्चुनिटी, एक मौका आगा जी, और असी लोगों को कहांगे ओबवियसली चैनल में जुड़े रहन जी। हमेशा की तरह असी अगे भी ਜਿਹੜੀ ਚੰਗੀ ਸਕੀਮਾਂ ਆਉਣਗੀਆਂ ਜਿਹੜੀ ਸਾਡੀ ਕਮਿਊਨਿਟੀ ਨੂੰ ਫਾਇਦਾ ਦੇ ਸਕਦੀਆਂ, ਸਾਡੇ ਨੌਜਵਾਨਾਂ ਨੂੰ ਫਾਇਦਾ ਦੇ ਸਕਦੀਆਂ, ਸੁਣਦੇ ਰਹਨ ਜੀ, ਔਰ ਅਸੀਂ ਔਰ ਤੁਸੀਂ ਆ ਕੇ ਇੱਥੇ ਉਹਨਾਂ ਨੂੰ ਇਹ ਮੌਕੇ ਤੋਂ ਫਾਇਦਾ ਚੁੱਕਣ ਦਾ ਦੱਸਦੇ ਰਵਾਂਗੇ। ਬਿਲਕੁਲ ਜੀ, ਬਿਲਕੁਲ ਜੀ। ਜਿਸ ਤਰ੍ਹਾਂ ਵਕੀਲ ਸਾਹਿਬ ਨੇ ਦੱਸਿਆ ਕਿ ਇੰਡੀਆ ਯੰਗ ਪ੍ਰੋਫੈਸ਼ਨਲ ਵੀਜ਼ਾ ਜਿਹੜਾ ਆ ਉਹ ਸਵਿਚ ਕਰੋ, 2 ਦਿਨ ਦਾ ਟਾਈਮ ਆ, ਜਸਟ 48 ਘੰਟੇ ਦਾ ਟਾਈਮ ਆ, 28 ਫਰਵਰੀ ਤੋਂ ਲੈ ਕੇ 2 ਮਾਰਚ ਤੱਕ। ਸੋ ਬਹੁਤ ਹੀ ਜ਼ਿਆਦਾ ਜਿਹੜਾ ਇਹ ਮੌਕਾ ਆ, ਪਰ ਮੌਕਾ ਆਪਾਂ ਨੂੰ ਮਿਲ ਰਿਹਾ ਹੈ।
ਸੋ ਆਪਾਂ ਅੱਜ ਦੀ ਜਿਹੜੀ ਜਾਣਕਾਰੀ ਇਸ ਪ੍ਰੋਗਰਾਮ ਜਿਹੜਾ ਸੀਗਾ ਇਹ ਪ੍ਰੋਗਰਾਮ ਇਹਦੇ ਉੱਤੇ ਸੀਗਾ। ਸੋ ਹੁਣ ਆਪਾਂ ਨੈਕਸਟ ਪ੍ਰੋਗਰਾਮ ਦੇ ਵਿੱਚ ਆਪਾਂ ਹੋਰ ਕੋਈ ਜਾਣਕਾਰੀ ਲੈ ਕੇ ਆਵਾਂਗੇ ਵਕੀਲ ਸਾਹਿਬ ਨੂੰ ਫਿਰ ਇਸੇ ਪ੍ਰੋਗਰਾਮ ਵਿੱਚ। ਤੇ ਤਦ ਤੱਕ ਲਈ ਪਿਆਰ ਤੇ ਸਤਿਕਾਰ ਭਰੀ ਜਾਣੇ ਤੋਂ ਪਹਿਲੇ ਇੱਕ ਜ਼ਰੂਰ ਮੈਂ ਗੱਲ ਕਹੂੰਗਾ, ਸੌਰੀ ਮੈਂ ਤੁਹਾਨੂੰ ਕੱਟਿਆ, ਕੋਈ ਗੱਲ ਨਹੀਂ ਜੀ, ਕਿ ਅਸੀਂ ਇਹਨਾਂ ਸਾਰਿਆਂ ਇੰਡੀਅਨ ਸਿਟੀਜ਼ਨ ਨੂੰ ਕਹਾਂਗੇ ਕਿ ਹੋਮ ਆਫਿਸ ਦੀ ਫੀਸ 259 ਪਲੱਸ 940 ਹੈਗੀ ਆ। ਅੱਛਾ ਜੀ। ਤੇ ਤੁਸੀਂ ਠੱਗੇ ਨਾ ਜਾਣਾ ਜੀ, ਕਿਉਂਕਿ ਜਦੋਂ ਕੋਈ ਸਕੀਮਾਂ ਆਉਂਦੀਆਂ ਠੱਗੀ ਦੀ ਤੇ ਬੇਈਮਾਨੀ ਦੀ ਦੁਕਾਨਾਂ ਵੀ ਖੁੱਲ ਜਾਂਦੀਆਂ ਜੀ। ਤੇ ਸਾਡਾ ਮਕਸਦ ਇਹ ਆ ਕਿ ਆਪਣੀ ਆਵਾਮ ਨੂੰ ਅਸੀਂ ਪ੍ਰੋਟੈਕਟ ਕਰੀਏ ਜੀ, ਬਿਲਕੁਲ, ਕਿ ਤੁਸੀਂ ਠੱਗੇ ਨਾ ਜਾਣਾ। ਟੋਟਲ ਫੀਸ ਇਤਨੀ ਹੈਗੀ ਆ। ਹਾਂ, ਕੋਈ ਵਕੀਲ, ਕੋਈ ਕੰਸਲਟੈਂਟ, ਕੋਈ ਏਜੰਟ ਪੈਸੇ ਲੈਂਦਾ, ਆਪਣੀ ਥੋੜੀ ਬਹੁਤੀ ਮੁਨਾਸਬ ਫੀਸ ਹਰ ਕੋਈ ਲਊਗਾ, ਫ੍ਰੀ ਤੇ ਕੋਈ ਨਹੀਂ ਕਰੇਗਾ। ਲੇਕਿਨ ਤੁਸੀਂ ਲੱਖਾਂ ਪਾਉਂਡ 10 20 ਲੱਖ ਨਾ ਦੇ ਬੈਠਣਾ, ਇਹ ਮੈਂ ਜ਼ਰੂਰ ਬੇਨਤੀ ਕਰੂੰਗਾ। ਬਿਲਕੁਲ ਜੀ, ਉਹ ਸਾਡਾ ਮਕਸਦ ਵੀ ਇਹੀ ਹੈਗਾ, ਆਪਣਾ ਮਕਸਦ ਇਹੀ ਹੈ। ਬਿਲਕੁਲ ਜੀ, ਵਕੀਲ ਸਾਹਿਬ ਦੇ ਕਹਿਣ ਦੇ ਹਿਸਾਬ ਨਾਲ ਇਹ ਆ ਕਿ ਗੱਲ ਕਿ ਜਿਸ ਤਰ੍ਹਾਂ ਦੇ ਨਾਲ ਠੱਗ ਏਜੰਟ ਉੱਥੇ ਬੈਠੇ ਨੇ ਉਹ ਤੁਹਾਨੂੰ ਕਹਿ ਦਿੰਦੇ ਜੀ ਨਹੀਂ ਤੁਸੀਂ ਇੰਨੇ ਪੈਸੇ ਤੁਹਾਨੂੰ ਲੱਗਣੇ, ਇੰਨੇ ਲੱਗਣੇ। ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ। ਜਿਸ ਤਰੀਕੇ ਨਾਲ ਵਕੀਲ ਸਾਹਿਬ ਨੇ ਕਿਹਾ ਕਿ ਇੰਨੀ ਫੀਸ ਆ, ਉਹੀ ਵਾਜਬ ਉਹ, ਤੇ ਬਾਕੀ ਆਪਣੀ ਜਿਹੜੀ ਫੀਸ ਸੋਲਿਸਟਰ ਕੋਈ ਵੀ ਲੈਂਦਾ ਆ ਉਹਦੇ ਵਾਸਤੇ ਉਹ ਸਹੀ ਹੋਵੇ। ਸੋ ਕਿਸੇ ਵੀ ਠੱਗ ਏਜੰਟ ਕੋਲ ਨਹੀਂ ਜਾਣਾ। ਸੋ ਆਪ ਹੀ, ਵੈਸੇ ਇਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਈਮੇਲ ਵਿੱਚ ਉਹ ਆਉਣਾ ਆ ਤੇ ਉਹਦੇ ਉੱਤੇ ਫਾਈਂਡ ਕਰਕੇ ਤੁਸੀਂ ਆਪ ਹੀ ਕਰੋ ਤਾਂ ਬਹੁਤ ਵਧੀਆ ਗੱਲ ਆ। ਸੋ ਵਕੀਲ ਸਾਹਿਬ, ਪ੍ਰੋਗਰਾਮ ਦੀ ਸਮਾਪਤੀ ਦੇ ਵੱਲ ਆਪਾਂ ਜਾ ਰਹੇ ਹਾਂ ਜੀ, ਤੇ ਫਿਰ ਆਪਾਂ ਨੈਕਸਟ ਪ੍ਰੋਗਰਾਮ ਵਿੱਚ ਅਸੀਂ ਕੋਈ ਨਵਾਂ ਜਿਹੜਾ ਲੈ ਕੇ ਆਵਾਂਗੇ, ਕੋਈ ਇਮੀਗ੍ਰੇਸ਼ਨ ਅਪਡੇਟ ਜਿਹੜੀ ਵੀ ਹੈ ਆਪਾਂ ਵਕੀਲ ਸਾਹਿਬ ਨੂੰ ਨੈਕਸਟ ਪ੍ਰੋਗਰਾਮ ਵਿੱਚ ਲੈ ਕੇ ਆਵਾਂਗੇ। ਸੋ ਤਦ ਤੱਕ ਲਈ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।